ਵੀਰੋ ਤੋਂ ਭੈਣੋ, ਕੁਝ ਦਿਨਾਂ ਬਾਅਦ ਮੈਂ ਤੁਹਾਡੇ ਕੋਲ ਹੁਣ ਦੁਬਾਰਾ ਆਸ ਕੈਪਟਨ ਦੇ ਵਿੱਚ ਤੁਹਾਡੇ ਸਾਹਮਣੇ ਆ ਰਿਹਾ। ਤੁਹਾਡੀਆਂ ਗੱਲਾਂ ਜਿਹੜੀਆਂ ਤੁਸੀਂ ਸਵਾਲ ਕੀਤੇ ਨੇ ਉਹਨਾਂ ਦੇ ਬਾਰੇ ਬੋਲਣ ਲਈ, ਔਰ ਕੁਝ ਗੱਲਾਂ ਜੋ ਅਸੀਂ ਆਪ ਕਰ ਰਹੇ ਹਾਂ ਉਹ ਵੀ ਤੁਹਾਡੇ ਸਾਹਮਣੇ ਰੱਖਣ ਲਈ। ਪਹਿਲੀ ਗੱਲ ਤਾਂ ਤੁਹਾਨੂੰ ਪਤਾ ਹੈ ਕਿ ਕੱਲ੍ਹ ਸਾਡੀ ਕੈਬਨਿਟ ਦੀ ਮੀਟਿੰਗ ਹੋਈ ਸੀ। ਉਹਦੇ ਵਿੱਚ ਅਸੀਂ ਇੱਕ ਤਾਂ ਮੁੱਦਾ ਜੋ ਪਾਸ ਕੀਤਾ ਸੀ ਕਿ 19 ਤਰੀਕ ਨੂੰ ਵਿਧਾਨ ਸਭਾ ਦਾ ਅਸੀਂ ਇੱਕ ਸੈਸ਼ਨ ਬੁਲਾ ਰਹੇ ਹਾਂ, ਤਾਂ ਕਿ ਇਹ ਜਿਹੜਾ ਕਿਸਾਨੀ ਦਾ ਮਸਲਾ ਪੰਜਾਬ ਦੇ ਸਾਹਮਣੇ ਔਰ ਸਾਰੀ ਕਿਸਾਨੀ ਦੇ ਸਾਹਮਣੇ ਆਇਆ, ਉਹਦੇ ਉੱਪਰ ਬਹਿਸ ਕਰਕੇ ਕੋਈ ਫੈਸਲਾ ਅਸੀਂ ਉੱਥੇ ਕਰੀਏ। ਅਫਸੋਸ ਹੈ ਮੈਨੂੰ ਕਿ ਕੱਲ੍ਹ ਜੋ ਕਿਸਾਨ ਸਾਡੇ ਗਏ ਸੀ ਪੰਜਾਬ, ਉੱਥੇ ਉਹਨਾਂ ਦੇ ਵਜ਼ੀਰਾਂ ਨੂੰ ਮਿਲਣ ਲਈ ਕੋਈ ਵਜ਼ੀਰ ਉਹਨਾਂ ਨੂੰ ਮਿਲਿਆ ਨਹੀਂ, ਔਰ ਉਹ ਬੜੇ ਰੁੱਸ ਕੇ ਹੀ ਮੈਂ ਕਹਾਂ ਵਾਪਸ ਆਏ ਨੇ। ਵੈਸੇ ਜਦੋਂ ਤੁਸੀਂ ਕਿਸੇ ਨੂੰ ਸੱਦਦੇ ਹੋ, ਉਹ ਤੁਹਾਡੇ ਮਹਿਮਾਨ ਨੇ, ਔਰ ਉਹਨਾਂ ਦੀ ਡਿਊਟੀ ਬਣਦੀ ਸੀ ਕਿ ਤੁਹਾਨੂੰ ਮਿਲਣ ਔਰ ਤੁਹਾਡੀ ਗੱਲਾਂ ਸਮਝਣ ਔਰ ਫਿਰ ਉਹਦਾ ਤੋਂ ਕੋਈ ਫੈਸਲਾ ਕਰਨ। ਫਿਰ ਵੀ ਅਸੀਂ ਆਪਣੇ ਤੌਰ 'ਤੇ ਸਾਡੇ ਅੱਜ 3 ਵਜ਼ੀਰ ਅਸੀਂ ਕਿਸਾਨਾਂ ਕੋਲ ਭੇਜੇ ਨੇ ਤਾਂ ਕਿ ਉਹਨਾਂ ਦੇ ਨਾਲ ਬਹਿ ਕੇ ਇਹ ਗੱਲਬਾਤ ਅੱਗੇ ਚਲਾਉਣ ਕਿ ਕਿਸ ਤਰੀਕੇ ਨਾਲ ਅਸੀਂ ਇਹਦਾ ਕੋਈ ਹੱਲ ਕੱਢ ਸਕੀਏ। ਇਹ ਤਾਂ ਇਹ ਗੱਲਾਂ ਸੀ। ਆਮ ਮੁੱਦਾ ਜੋ ਅੱਜ ਅਖਬਾਰਾਂ ਦੇ ਵਿੱਚ ਬਹੁਤ ਕੁਝ ਦਿਨਾਂ ਤੋਂ ਆ ਰਿਹਾ ਹੈ, ਔਰ ਕਈ ਕਿਸਾਨ ਅੱਜ ਜਥੇਬੰਦੀਆਂ ਸੜਕਾਂ 'ਤੇ ਬੈਠੀਆਂ ਨੇ, ਰੇਲਵੇ ਲਾਈਨਾਂ 'ਤੇ ਬੈਠੀਆਂ ਨੇ ਵਗੈਰਾ। ਅਸੀਂ ਚਾਹੁੰਦੇ ਹਾਂ ਕਿ ਇਹਦਾ ਹੱਲ ਜਲਦੀ ਨਿਕਲੇ, ਕਿਉਂਕਿ ਨਹੀਂ ਤਾਂ ਪੰਜਾਬ ਦਾ ਹੀ ਨੁਕਸਾਨ ਹੋਊ। ਹੁਣ ਪਹਿਲੀ ਗੱਲ ਤਾਂ ਇਹ ਹੈ, ਅਗਰ ਆਪਾਂ ਟ੍ਰੇਨਾਂ 'ਤੇ ਬੈਠਾਂਗੇ ਕੋਲਾ ਨਹੀਂ ਆਊਗਾ ਤਾਂ ਸਾਡੇ ਜਿਹੜੇ ਬਿਜਲੀ ਬੰਦ ਹੋ ਜਾਣੀ ਹੈ। ਇਹ ਪਤਾ ਨਹੀਂ ਕੌਣ ਇੱਥੋਂ ਕੋਈ ਗਲਤ ਗੱਲਾਂ ਕਰਦਾ ਹੈ। ਅਸਲੀਅਤ ਇਹ ਹੈ ਕਿ ਸਾਡੀ ਲਹਿਰਾ ਮੁਹੱਬਤ ਹੁਣ ਤਕਰੀਬਨ ਬੰਦ ਹੋਣ 'ਤੇ ਆ ਗਈ। ਸਾਡੀ ਜਿਹੜੀ ਉੱਥੇ GVK ਦੀ ਸੀਗੀ ਆਪਣੇ ਤਰਨ ਦੇ ਕੋਲ, ਉੱਥੇ ਉਹ ਬੰਦ ਹੋ ਗਈ ਹੈ ਯੂਨਿਟ। 2 ਸਾਡੇ ਯੂਨਿਟ ਰਹਿ ਗਏ ਨੇ, ਕਿਸੇ ਦੇ ਕੋਲ ਇੱਕ ਦਿਨ ਦਾ ਕੋਲ ਹੈ, ਕਿਸੇ ਦਿਨ 4 ਦਿਨ ਦਾ ਕੋਲ ਹੈ। ਉਹ ਵੀ ਅਗਰ ਬੰਦ ਹੋ ਜਾਣਗੇ ਪੰਜਾਬ ਦੇ ਵਿੱਚ, ਅਸੀਂ ਜਿੰਨੀ ਇੱਕ ਅਖਬਾਰ 'ਚ ਕਿਸੇ ਨੇ ਕਿਹਾ ਸੀ ਕਿ ਤੁਸੀਂ ਸੈਂਟਰਲ ਉੱਥੇ ਨੈਸ਼ਨਲ ਗ੍ਰਿਡ ਤੋਂ ਤੁਸੀਂ ਖਰੀਦ ਲਓ, ਕਿੰਨਾ ਅਸੀਂ ਖਰੀਦਾਂਗੇ ਨੈਸ਼ਨਲ ਗ੍ਰਿਡ ਤੋਂ, ਔਰ ਕਿੱਥੋਂ ਪੈਸੇ ਆਉਣਗੇ ਉਹ ਗ੍ਰਿਡ ਤੋਂ ਲੈਣ ਵਾਸਤੇ? ਜਦ ਅਸੀਂ ਕੁਝ ਪੈਸੇ ਤਾਂ ਕਿਸਾਨਾਂ ਵਾਸਤੇ ਤਾਂ ਅਸੀਂ ਮੁਫਤ ਦੀ ਬਿਜਲੀ ਦੇ ਰਹੇ ਹਾਂ, ਤਾਂ ਫਿਰ ਪੈਸੇ ਕਿੱਥੋਂ ਆਉਣਗੇ ਤਾਂ ਕਿ ਅਸੀਂ ਨੈਸ਼ਨਲ ਗ੍ਰਿਡ ਤੋਂ ਖਰੀਦ ਸਕੀਏ? ਤਾਂ ਇਹ ਗੱਲਾਂ ਕੁਛ ਨੇ ਜਿਹੜੀ ਮੈਂ ਆਸ ਕਰਦਾ ਕਿ ਕਿਸਾਨ ਯੂਨੀਅਨਸ ਵੀ ਇਸ ਗੱਲ ਨੂੰ ਦੇਖਣਗੀਆਂ ਔਰ ਸੋਚਣਗੀਆਂ ਇਹਦੇ ਬਾਰੇ। ਸਿਰਫ ਇਹੀ ਨਹੀਂ, ਡੀਜ਼ਲ ਵੀ ਆਉਂਦਾ ਉਸ ਦੇ ਰਾਹੀਂ, ਪੈਟਰੋਲੀਅਮ ਪ੍ਰੋਡਕਟਸ ਸਾਡੇ ਆਉਂਦੇ ਨੇ। ਉਹਦੇ ਵਿੱਚ ਸਾਡੀ ਅੱਜ ਜਿਹੜੀ ਹੁਣ ਥੋੜ੍ਹੀ ਵਾਢੀ ਮੰਡੀ 'ਚ ਆਉਣ ਲੱਗ ਗਈ, ਉਹ ਕਿੱਥੇ ਸਟੋਰ ਹੋਊਗੀ? ਕਿਉਂਕਿ ਸਟੋਰ ਤਾਂ ਪਹਿਲਾਂ ਹੀ ਸਾਡੇ ਭਰੇ ਨੇ। ਅਗਰ ਟ੍ਰੇਨਾਂ ਨੂੰ ਤੁਸੀਂ ਜਾਣਦੇ ਹੋਗੇ ਕਿ ਫਿਰ ਅਸੀਂ ਖਾਲੀ ਕੈਸੇ ਕਰਾਂਗੇ ਸਟੋਰਾਂ ਨੂੰ? ਤਾਂ ਇਹ ਸਾਰੀਆਂ ਚੀਜ਼ਾਂ ਕਿਸਾਨੀ ਦੇ ਨਾਲ ਸੰਬੰਧਿਤ ਨੇ, ਔਰ ਮੈਂ ਸਮਝਦਾ ਸੀ ਕਿ ਸੈਂਟਰ ਵਾਲੇ ਬਹਿ ਕੇ ਇਹਨਾਂ ਨਾਲ ਕੋਈ ਗੱਲ ਕਰਨਗੇ। ਫਿਰ ਵੀ ਮੈਂ ਆਸ ਕਰਦਾ ਕਿ ਪੰਜਾਬ ਦਾ ਭਵਿੱਖ ਨੂੰ ਮੁੱਖ ਰੱਖਦੇ ਹੋਏ ਸਾਡੇ ਕਿਸਾਨ ਯੂਨੀਅਨ ਵੀ ਇਹ ਗੱਲਾਂ ਨੂੰ ਆਪਣੇ ਤੌਰ 'ਤੇ ਦੇਖਣਗੇ, ਤਾਂ ਕਿ ਅਸੀਂ ਕੋਈ ਪੰਜਾਬ ਦਾ ਕੋਈ ਹੱਲ ਚੰਗੀ ਤਰ੍ਹਾਂ ਕੱਢ ਸਕੀਏ। ਇੱਕ ਬੜੀ ਪੁਰਾਣੀ ਮੰਗ ਸੀ ਕੁਝ 2 ਸਾਲਾਂ ਤੋਂ, ਜਦ ਤੋਂ ਸਰਕਾਰ ਨੇ, ਗਵਰਨਮੈਂਟ ਆਫ ਇੰਡੀਆ ਨੇ ਇਹ ਜਿਹੜੀ ਪੋਸਟ SC ਵਾਸਤੇ, SC ਸਾਡੇ ਬੇਟੀਆਂ ਬੇਟੇ ਨੇ, ਉਹਨਾਂ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਬੰਦ ਕਰਤੀ। ਪਤਾ ਨਹੀਂ ਉਹਨਾਂ ਨੂੰ ਕਿਉਂ ਬੰਦ ਕਰਦੇ ਹੋ ਤੁਸੀਂ? ਜਦ ਗਰੀਬਾਂ ਨੂੰ ਤੁਸੀਂ ਕਿਸੇ ਕਿਸਮ ਦੀ ਐਜੂਕੇਸ਼ਨ ਦਾ ਪ੍ਰਬੰਧ ਕਰ ਰਹੇ ਹੋ, ਤੁਸੀਂ ਹੁਣ ਲੈਵਲ ਚੱਕਤਾ ਕਿ ਜੀ 800 ਕਰੋੜ ਤੋਂ ਅਗਰ ਹੋਰ ਜ਼ਿਆਦਾ ਹੋਏਗਾ ਤਾਂ ਅਸੀਂ ਦੇਵਾਂਗੇ, ਨਹੀਂ ਤਾਂ ਅਸੀਂ ਨਹੀਂ ਦੇਵਾਂਗੇ। ਹੁਣ 800 ਕਰੋੜ ਦਾ ਤਾਂ ਪੰਜਾਬ ਨੂੰ ਲੱਗਦਾ ਹੀ ਨਹੀਂ। ਤਾਂ ਸਾਨੂੰ ਆਪਣੇ ਤੌਰ 'ਤੇ ਅਸੀਂ ਇੱਕ ਹੁਣ ਡਾਕਟਰ BR ਅੰਬੇਦਕਰ ਸਕੀਮ ਚਲਾਈ ਹੈ, ਤਾਂ ਕਿ ਅਸੀਂ ਆਪਣੇ ਤੌਰ 'ਤੇ ਉਹ ਬੱਚਿਆਂ ਵਾਸਤੇ ਅਸੀਂ ਸਕਾਲਰਸ਼ਿਪ ਦੇਈਏ। ਇਹ ਕੱਲ੍ਹ ਵੀ ਕੈਬਨਿਟ 'ਚ ਫੈਸਲਾ ਇਹ ਹੋਇਆ ਸੀ। ਔਰ ਇਹਦੇ ਨਾਲ ਹੀ ਤੁਸੀਂ ਪਹਿਲਾਂ ਵੀ ਮੈਥੋਂ ਸੁਣਿਆ ਹੋਣਾ ਕਿ ਅਸੀਂ 1 ਲੱਖ ਨੌਕਰੀਆਂ, ਸਰਕਾਰੀ ਨੌਕਰੀਆਂ ਅਸੀਂ ਗਵਰਨਮੈਂਟ ਨੂੰ ਦੇਵਾਂਗੇ। ਐਡਵਰਟਾਈਜ਼ਮੈਂਟਾਂ ਹੁਣ ਸ਼ੁਰੂ ਹੋਣੀਆਂ ਨੇ 50 ਇਸ ਸਾਲ, ਮਤਲਬ 31 ਮਾਰਚ ਤੱਕ, ਔਰ 50 ਅਗਲੇ ਸਾਲ। ਤਾਂ 1 ਲੱਖ ਬੱਚਿਆਂ ਨੂੰ ਅਸੀਂ ਗਵਰਨਮੈਂਟ ਨੌਕਰੀ ਵਾਸਤੇ ਹੁਣ ਐਡਵਰਟਾਈਜ਼ਮੈਂਟ ਸ਼ੁਰੂ ਹੋ ਜਾਣੀਆਂ ਨੇ ਐਂਡ ਅਕਤੂਬਰ ਤੱਕ, ਅਗਲੇ 10 ਦਿਨਾਂ ਦੇ ਵਿੱਚ। ਔਰ ਫਿਰ ਤੁਸੀਂ ਆਪਣੀ ਕਾਗਜ਼ ਭਰ ਕੇ ਭੇਜੋ, ਔਰ ਵਾਹਿਗੁਰੂ ਕਰੇ ਤੁਹਾਨੂੰ ਅੱਛੀ ਨੌਕਰੀਆਂ ਮਿਲਣ। ਇੱਕ ਹੋਰ ਗੱਲ ਬੜੀ ਮੰਗ ਸੀ ਸਾਡੇ ਮੈਨੀਫੈਸਟੋ ਵਿੱਚ ਵੀ ਅਸੀਂ ਪਾਇਆ ਸੀ ਕਿ ਸਾਡੀਆਂ ਬੇਟੀਆਂ, ਦੇਖੋ ਅੱਜ ਬੇਟੀਆਂ ਸਾਡੀਆਂ ਜਹਾਜ਼ ਚਲਾ ਰਹੀਆਂ ਨੇ, ਫਾਈਟਰ ਜਹਾਜ਼ ਚਲਾ ਰਹੀਆਂ ਨੇ, ਦੂਜੇ ਜਹਾਜ਼ ਵੀ ਜਿੱਥੇ ਪੈਸੇਂਜਰ ਨੂੰ ਲਿਜਾਂਦੇ ਨੇ, ਵਿਲਾਇਤ ਵਗੈਰਾ ਵਗੈਰਾ, ਉਹ ਚਲਾ ਰਹੀਆਂ ਨੇ। ਸਾਡੀਆਂ ਬੇਟੀਆਂ ਨੇਵੀ ਦੇ ਵਿੱਚ, ਆਰਮੀ ਦੇ ਵਿੱਚ, ਹੁਣ ਜਿਹੜੇ ਨਵੇਂ ਰਾਫੇਲ ਜਹਾਜ਼ ਆਇਆ, ਇੱਕ ਉੱਥੇ ਫਲਾਈਟ ਲੈਫਟੀਨੈਂਟ ਬੇਟੀ ਹੈ, ਉਹ ਵੀ ਉੱਥੇ ਪਹੁੰਚ ਗਈ ਹੈ ਅੰਬਾਲਾ ਸਕੁਆਡਰਨ ਦੇ ਵਿੱਚ ਰਾਫੇਲ ਚਲਾਉਣ ਵਾਸਤੇ। 8000 ਕਰੋੜ ਰੁਪਈਆ ਦਾ ਜਹਾਜ਼ ਹੈ, ਉਹ ਚਲਾਏਗੀ।
ਇਸ ਕਿਸਮ ਦੇ ਜਿਹੜੇ ਅੱਜ ਕੱਲ੍ਹ ਬੇਟੀਆਂ ਸਾਡੀਆਂ ਅੱਗੇ ਜਾ ਰਹੀਆਂ ਨੇ। ਔਰ ਹੁਣ ਇੰਨੇ ਤੁਸੀਂ ਸਕੂਲਾਂ ਦੇ ਜਦ ਕਾਲਜ ਦੇ ਐਗਜ਼ਾਮ ਹੁੰਦੇ ਨੇ, ਤੁਸੀਂ ਅਖਬਾਰ ਕੱਢ ਕੇ ਦੇਖੋ, ਉੱਪਰਲੀ ਲਾਈਨ ਦੇ ਵਿੱਚ ਕਤਾਰ ਦੇ ਵਿੱਚ ਉੱਥੇ ਜ਼ਿਆਦਾ ਸਾਡੀ ਬੇਟੀਆਂ ਹੁੰਦੀਆਂ ਨੇ ਜਿਹੜੀਆਂ ਫਸਟ ਆਈਆਂ ਨੇ, ਸੈਕੰਡ ਆਈਆਂ ਨੇ, ਥਰਡ ਆਈਆਂ ਨੇ। ਤੋ ਇਹਨਾਂ ਵਾਸਤੇ ਸਾਨੂੰ ਕੁਝ ਪ੍ਰਬੰਧ ਕਰਨਾ ਚਾਹੀਦਾ ਸੀ। ਔਰ ਇਹ ਸਾਡੇ ਮੈਨੀਫੈਸਟੋ ਵਿੱਚ ਸੀ ਕਿ ਅਸੀਂ 33% ਰਿਜ਼ਰਵੇਸ਼ਨ ਸਰਕਾਰੀ ਨੌਕਰੀਆਂ ਦੇ ਵਿੱਚ ਬੇਟੀਆਂ ਵਾਸਤੇ ਰੱਖਾਂਗੇ, ਔਰ ਅਸੀਂ ਕੱਲ੍ਹ ਕੈਬਨਿਟ ਨੇ ਪਾਸ ਕਰ ਦਿੱਤਾ ਹੈ। ਇੱਕ ਹੋਰ ਹੈ, ਬੜੀ ਦੇਰ ਤੋਂ ਮੈਂ ਦੇਖ ਰਿਹਾ ਸਲਮ ਡਵੈਲਰ ਜਿਹਨੂੰ ਕਹਿੰਦੇ ਨੇ, ਆਪਣੀ ਬਸਤੀਆਂ ਨੇ ਆਪਣੇ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ, ਜਿੱਥੇ ਬਹੁਤ ਸਾਲਾਂ ਤੋਂ ਲੋਕ ਵਸਦੇ ਨੇ, ਉੱਥੇ ਡਿਵੈਲਪ ਨਹੀਂ ਹੋ ਸਕਦੀ ਜਦ ਤਾਈਂ ਉਹ ਬਸਤੀਆਂ ਲੋਕਾਂ ਦੇ ਹੱਥ ਨਹੀਂ ਆਉਂਦੀਆਂ, ਉਹਨਾਂ ਦੇ ਨਾਂ ਨਹੀਂ ਚੜ੍ਹਦੀਆਂ। ਨਾ ਅਸੀਂ ਕੋਈ ਬਿਜਲੀ ਦੇ ਸਕੀਏ, ਨਾ ਪਾਣੀ ਦੇ ਸਕੀਏ, ਨਾ ਸੂਰਜ ਦੇ ਸਕੀਏ, ਕੁਛ ਵੀ ਨਾ ਕਰ ਸਕੀਏ। ਤਾਂ ਇਸ ਕਰਕੇ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਹੁਣ ਜਿੱਥੇ ਵੀ ਸਾਡੇ ਬਸਤੀਆਂ ਦੇ ਵਿੱਚ ਲੋਕ ਵਸਦੇ ਨੇ, ਉਹ ਜਿੱਥੇ ਬੈਠੇ ਨੇ, ਉਹ ਜ਼ਮੀਨ ਉਹਨਾਂ ਦੇ ਨਾਂ ਅਸੀਂ ਕਰ ਦੇਣੀ ਹੈ। ਫਿਰ ਲੈਂਡ ਰੈਵਨਿਊ ਐਕਟ ਦੀ ਬੜੀ ਵਿਧਾਨ ਸਭਾ ਦੇ ਵਿੱਚ ਆਏਗਾ ਬਿੱਲ, ਉਹਨੂੰ ਅਸੀਂ ਦੇਖਾਂਗੇ ਤਾਂ ਕਿ ਉਹਨੂੰ ਬੜੇ ਆਸਾਨ ਤਰੀਕੇ ਨਾਲ ਅਸੀਂ ਬਣਾ ਰਹੇ ਹਾਂ, ਤਾਂ ਕਿ ਇਹ ਜਿਹੜੇ ਹੁਣ ਤਾਈਂ ਤੁਹਾਨੂੰ ਤੁਸੀਂ ਜਾਣਦੇ ਹੋ ਆਪਣੇ ਐਕਟ ਵਗੈਰਾ ਦੇ ਰਾਹੀਂ ਆਪਣੇ ਕੋਈ ਹੱਲ ਕੱਢਣ ਵਾਸਤੇ ਉਹ ਬੜੀ ਦੇਰ ਲੱਗਦੀ ਹੈ, ਤੁਹਾਨੂੰ ਉਹਦੇ ਬੜੀ ਕੰਪਲੀਕੇਸ਼ਨਸ ਨੇ ਉਹਦੀਆਂ ਵਿੱਚ, ਉਹ ਸਾਰੀਆਂ ਕੁਝ ਅਸੀਂ ਉਹਦਾ ਹੱਲ ਕੱਢ ਰਹੇ ਤਾਂ ਕਿ ਤੁਹਾਨੂੰ ਇਹ ਤਕਲੀਫ ਨਾ ਹੋਏ। ਤੀਸਰੀ ਗੱਲ ਇਹ ਹੈ, ਜਦੋਂ ਅਸੀਂ ਜਾਂਦੇ ਹਾਂ ਨਾ, ਜਿੱਥੇ ਬਹੁਤ ਗਰੀਬ ਬੰਦੇ ਬੈਠੇ ਨੇ, ਉਹ ਬੜੀ ਸਾਲਾਂ ਤੋਂ ਉਹਨਾਂ ਦੇ ਕੋਲ ਆਪਣੇ ਨਾਂ ਕੁਛ ਵੀ ਨਹੀਂ ਜ਼ਮੀਨ, ਪਰ ਜ਼ਮੀਨ ਬਾਹਰ ਨੇ, ਉਹ ਅਸੀਂ ਹੁਣ ਜ਼ਮੀਨ ਨੂੰ ਅਸੀਂ ਉਹਨਾਂ ਦੇ ਨਾਂ ਕਰ ਦੇਣੀ ਹੈ ਤਾਂ ਕਿ ਉਹ ਹੁਣ ਉਹਨਾਂ ਦੀ ਜਾਇਦਾਦ ਹੀ ਇੱਕ ਕਿਸਮ ਦੀ ਉਹਨਾਂ ਨੂੰ ਬਣ ਕਿੰਨਾ ਹੋਊਗਾ, 2-4 ਵਿਗੇ ਹੋਣਗੇ, ਅੱਧਾ ਕਿੱਲਾ ਹੋਏਗਾ, 2 ਕਿੱਲੇ ਹੋਣਗੇ, ਕੁਛ ਇਸ ਕਿਸਮ ਦੀ ਜਿੱਥੇ ਵੀ ਹੈ, ਜੋ ਤੁਸੀਂ ਬਾਹਰ ਹੋ ਉਹ ਤੁਹਾਡੀ ਜ਼ਮੀਨ ਬਣ ਜਾਣੀ ਹੈ। ਇਹ ਗੱਲਾਂ ਤਾਂ ਅਸੀਂ ਕੱਲ੍ਹ, ਇਹਦਾ ਤਾਂ ਫੈਸਲਾ ਅਸੀਂ ਕੱਲ੍ਹ ਕਰ ਦਿੱਤਾ ਹੈ। ਲੇਕਿਨ ਹੁਣ ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨਾ ਚਾਹੁੰਦਾ, ਦੇਖੋ ਬੜੀ ਮੁਸ਼ਕਿਲ ਨਾਲ ਅੱਜ ਅਸੀਂ ਕੋਵਿਡ ਦਾ, ਤੁਸੀਂ ਹਰ ਵੇਲੇ ਇਹੀ ਮੈਂ ਸੁਣਦਾ ਕਿ ਕੋਵਿਡ ਕੁਛ ਨਹੀਂ ਜੀ, ਕੋਵਿਡ ਤਾਂ ਠੀਕ ਹੋ ਜਾਂਦਾ ਬੰਦਾ ਜੀ। ਤੁਹਾਨੂੰ ਪਤਾ ਨਹੀਂ, ਅਗਰ ਦੁਨੀਆ ਦੇ ਵਿੱਚ ਤੁਸੀਂ ਅੱਜ ਦੇਖੋ, ਟੈਲੀਵਿਜ਼ਨ ਦੇਖੋ ਜਾਂ ਕੁਛ ਦੇਖੋ ਜਾਂ ਡਾਕਟਰ ਨੂੰ ਬੋਲਦੇ ਹੋਏ ਤੁਸੀਂ ਸੁਣੋ, ਤਾਂ ਅਗਰ ਕੋਵਿਡ ਹੋ ਗਿਆ ਕਿਸੇ ਨੂੰ ਔਰ ਕੋਵਿਡ ਦਾ ਉਹ ਤੋਂ ਬਚਾਅ ਹੋ ਗਿਆ, ਉਹਦਾ ਮਤਲਬ ਇਹ ਨਹੀਂ ਕਿ ਉਹ ਬਿਲਕੁਲ 100% ਰਾਜੀ ਹੈ। ਕਈ ਇਹਦੇ 'ਚ ਬਾਅਦ ਦੀ ਬਿਮਾਰੀਆਂ ਆ ਜਾਂਦੀਆਂ, ਛਾਤੀ ਦੀ ਆ ਜਾਂਦੀ ਹੈ, ਕਈ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਬੰਦੇ ਨੂੰ ਕਈ ਮਹੀਨੇ, ਕਈ ਸਾਲ ਤਾਂ ਹਾਲੇ ਹੋਏ ਨਹੀਂ, ਪਤਾ ਨਹੀਂ ਦੇਖਣ ਨੂੰ ਕਿ ਕਿੰਨੀ ਦੇਰ ਚੱਲੂ, ਲੇਕਿਨ ਕਈ ਮਹੀਨੇ ਦਾ ਹੈ ਕਿ ਉਹਦਾ ਅਸਰ ਰਹਿੰਦਾ ਉਹਨਾਂ 'ਤੇ, ਉਹਨਾਂ ਦੀ ਸਿਹਤ 'ਤੇ ਅਸਰ ਰਹਿੰਦਾ। ਕੋਵਿਡ ਅਗਰ ਹੋ ਜੇ, ਤੁਸੀਂ ਠੀਕ ਹੋ ਜਾਓਗੇ, ਤੁਸੀਂ ਸਮਝੋ ਕਿ ਮੈਨੂੰ ਬਿਮਾਰੀ ਖਤਮ ਹੋ ਗਈ ਜੀ, ਮੈਂ ਬਿਲਕੁਲ ਵਧੀਆ। ਇਹ ਨਹੀਂ ਪਤਾ ਤੁਹਾਨੂੰ ਕਿ ਤੁਹਾਡੇ ਵਿੱਚ ਹਾਲੇ ਵੀ ਉਹੀ ਕੀੜਾ ਆਏਗਾ ਇਸ ਕੋਵਿਡ ਦਾ, ਔਰ ਉਹ ਤੁਹਾਨੂੰ ਖਰਾਬ ਕਰ ਦੂਗਾ। ਤੁਹਾਨੂੰ ਥੋੜ੍ਹੀ ਜਦ ਤੁਸੀਂ ਕਦੇ ਕੋਈ ਕਿਸੇ ਦੀ ਛਾਤੀ ਦੇ ਵਿੱਚ ਕੋਈ ਦਰਦ ਹੋ ਜਾਏ, ਕਿਸੇ ਦੇ ਦਿਲ ਦੇ ਵਿੱਚ, ਤੁਹਾਡੇ ਹਾਰਟ ਦੇ ਵਿੱਚ ਪ੍ਰੋਬਲਮ ਹੋ ਸਕਦੀ ਹੈ। ਤਾਂ ਇਸ ਕਰਕੇ ਮੇਰੀਆਂ ਗੱਲਾਂ ਤੁਸੀਂ ਸੁਣੋ। ਦੇਖੋ ਬੜੀ ਮੁਸ਼ਕਿਲ ਨਾਲ ਅੱਜ ਪੰਜਾਬ ਸਹੀ ਰਾਹ 'ਤੇ ਆ ਰਿਹਾ ਹੈ। ਅੱਜ ਸਾਡੇ 550 ਕੇਸ ਹੋਏ ਨੇ ਕੱਲ੍ਹ ਸ਼ਾਮ ਦੀ ਰਿਪੋਰਟ ਹੈ, ਔਰ 31 ਬੰਦਿਆਂ ਦੀ ਸਾਡੀ ਮੌਤ ਹੋਈ ਹੈ। ਔਰ ਸਾਡੇ ਅੱਜ 550 ਤਾਂ ਹੋਏ ਨੇ, ਲੇਕਿਨ 970 ਅਸੀਂ ਵਾਪਸ ਘਰਾਂ 'ਚ ਭੇਜਦੇ ਹਸਪਤਾਲਾਂ 'ਚੋਂ। ਸੋ ਇਹ ਪੋਜ਼ੀਟਿਵ ਗੱਲ ਜਿਹੜੀ ਅੱਜ ਹੋ ਰਹੀ ਹੈ। ਲੇਕਿਨ ਇਹਦੇ ਜਿਹੜੀ ਗੱਲ ਤੁਸੀਂ ਇਹ ਸਮਝਣ ਵਾਲੀ ਹੈ ਕਿ ਸਾਡੇ ਅੱਜ ਵੀ ਲੋਕ, ਜਦੋਂ ਕਿਸੇ ਨੂੰ ਕੋਈ ਬਿਮਾਰੀ ਲੱਗਦੀ ਹੈ ਜਾਂ ਠੰਡ ਲੱਗਦੀ ਹੈ ਜਾਂ ਛਾਤੀ 'ਚ ਦਰਦ ਹੁੰਦਾ ਹੈ, ਬੁਖਾਰ ਹੁੰਦਾ ਹੈ, ਉਦੋਂ ਤੁਸੀਂ ਜਾ ਕੇ ਤੁਹਾਨੂੰ ਡਾਕਟਰ ਨੂੰ ਮਿਲਣਾ ਚਾਹੀਦਾ ਸੀ, ਤੁਸੀਂ ਨਹੀਂ ਮਿਲ ਰਹੇ। ਕਿਉਂਕਿ ਜੋ ਮੈਨੂੰ ਆ ਰਿਹਾ ਲੈਵਲ 2 ਔਰ ਲੈਵਲ 3 ਦੇ ਵਿੱਚ ਬਹੁਤ ਸਾਡੇ ਲੋਕ ਆ ਰਹੇ ਨੇ। ਇੱਕ ਵਾਰ ਤੁਸੀਂ ਲੈਵਲ 2 'ਤੇ ਆ ਜਾਓ, ਔਰ ਕੱਲ੍ਹ ਸਾਡੇ 176 ਬੰਦੇ ਲੈਵਲ 2 ਦੇ ਵਿੱਚ ਸੀ ਔਰ ਲੈਵਲ 3 ਦੇ ਵਿੱਚ 32 ਬੰਦੇ ਸੀ। ਫਿਰ ਸਾਨੂੰ ਇਹ ਫਿਗਰ ਜਿਹੜੀ ਹੈ ਮੌਤ ਦੀ, ਇਹ ਵੱਧਦੀ ਹੈ। ਅਗਰ ਤੁਸੀਂ ਲੈਵਲ 1 ਦੇ ਵਿੱਚ ਚਲੇ ਜਾਓ, ਤਕਰੀਬਨ ਸਾਰੇ ਇੱਕ ਵਾਰ ਠੀਕ ਹੋ ਜਾਓਗੇ। ਫਿਰ ਤੁਹਾਡੀ ਆਪਣੀ ਹਿੰਮਤ ਹੈ ਕਿ ਤੁਸੀਂ ਆਪਣੇ ਡਾਕਟਰਾਂ ਦੇ ਇਲਾਜ ਨਾਲ ਚੱਲ ਕੇ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ, ਇਹ ਛਾਤੀ ਦਾ ਹੋਰ ਇਹਦਾ ਤੁਸੀਂ ਕੰਟਰੋਲ ਰੱਖੋ। ਲੇਕਿਨ ਇਸ ਨੂੰ ਹੁਣ ਕਿਉਂ ਦਿੰਦੇ ਆਪਾਂ? ਹੁਣ ਇਸ ਲਈ ਦਿੰਦੇ ਹਾਂ ਕਿਉਂਕਿ ਆਪਾਂ ਜੋ ਤੁਹਾਨੂੰ ਦੱਸ ਰਹੇ ਨੇ, ਸਾਰੀ ਦੁਨੀਆ ਦੱਸ ਰਹੇ ਨੇ, ਮਾਸਕ ਪਾਓ, ਹੱਥ ਧੋ, ਸੋਸ਼ਲ ਡਿਸਟੈਂਸਿੰਗ ਰੱਖੋ, ਥੁੱਕੋ ਨਾ ਪਬਲਿਕ ਪਲੇਸ ਦੇ ਵਿੱਚ, ਕੋਈ ਨਹੀਂ ਕਰ ਰਿਹਾ। ਤਾਂ ਹੀ ਮੈਂ ਤੁਹਾਨੂੰ ਬਾਰ-ਬਾਰ ਕਹਿੰਦਾ ਕਿ ਤੁਸੀਂ ਇਹ ਗੱਲਾਂ ਜ਼ਰੂਰ ਕਰਾਓ। ਪੰਜਾਬ ਨੂੰ ਬਚਾਈਏ, ਆਪਣੇ ਆਪ ਨੂੰ ਬਚਾਓ, ਆਪਣੇ ਪਰਿਵਾਰਾਂ ਨੂੰ ਬਚਾਓ।
ਇਹ ਮੇਰੇ ਕੋਲ ਕੱਲ੍ਹ ਦੀ ਰਿਪੋਰਟ ਹੈ, ਹੁਣ ਦੇਖ ਲਓ। ਬਹੁਤ ਅੱਜ ਤੱਕ ਆਪਣੇ ਪੰਜਾਬ ਦੇ ਵਿੱਚ 1,25,000 ਬੰਦਿਆਂ ਨੂੰ ਕੋਵਿਡ ਹੋਇਆ ਔਰ 3,925 ਮੌਤਾਂ ਹੋਈਆਂ ਨੇ ਇਹਦੇ ਨਾਲ। ਇਹ ਤਾਂ ਬਹੁਤ ਬੁਰੀ ਗੱਲ ਹੈ, ਇਹ ਨਹੀਂ ਹੋਣਾ ਨਹੀਂ ਚਾਹੀਦਾ। ਔਰ ਹੁਣ ਇਹ ਦੁਬਾਰਾ ਇੱਕ ਦੁਨੀਆ ਦੇ ਵਿੱਚ ਜੋ ਚੱਲਣ ਲੱਗੀ ਕਿ ਇੱਕ ਵਾਰ ਚੜ੍ਹ ਕੇ ਨਾ ਬਿਮਾਰੀ ਫਿਰ ਥੱਲੇ ਆ ਰਹੀ ਹੈ, ਜੈਸੇ ਹੁਣ ਪੰਜਾਬ ਥੱਲੇ ਆ ਰਹੀ ਹੈ, ਫਿਰ ਕਈ ਮੁਲਕਾਂ ਦੇ ਵਿੱਚ ਫਿਰ ਚੜ੍ਹ ਗਈ, ਫਿਰ ਉਤਰ ਆਈ, ਫਿਰ ਚੜ੍ਹ ਗਈ, ਉਤਰਿਆ। ਇਹਨੂੰ ਪੀਕ ਕਹਿੰਦੇ ਨੇ ਔਰ ਟਰਫ ਕਹਿੰਦੇ ਨੇ, ਪੀਕ ਔਰ ਟਰਫ। ਇਹ ਚੀਜ਼ਾਂ ਨੂੰ ਆਪਾਂ ਨੂੰ ਰੋਕਣਾ ਚਾਹੀਦਾ ਹੈ। ਅਗਰ ਇੱਕ ਵਾਰ ਨੂੰ ਥੱਲੇ ਆ ਜਾਏ, ਥੱਲੇ ਹੀ ਰੱਖੋ ਉਹਨੂੰ। ਔਰ ਉਹ ਹੋ ਸਕਦਾ ਅਗਰ ਤੁਸੀਂ ਸਾਰੇ ਸਾਡੀਆਂ ਗੱਲਾਂ ਮੰਨੋ ਔਰ ਜੋ ਡਾਕਟਰ ਕਹਿੰਦੇ ਨੇ ਉਸ ਹਿਸਾਬ ਨਾਲ ਤੁਸੀਂ ਚੱਲੋ। ਮਾਸਕ ਪਾਓ। ਮੈਂ ਇੱਕ ਡਾਕਟਰ ਦੀ ਸੁਣ ਰਿਹਾ ਸੀ ਗੱਲ, ਉਹ ਕਹਿੰਦਾ ਸੀ ਕਿ ਜਿਹੜਾ ਨਵਾਂ ਵੈਕਸੀਨ ਬਣ ਰਿਹਾ ਸ਼ਾਇਦ ਅਗਲੇ ਸਾਲ ਤੱਕ ਆ ਜਾਵੇ, ਉਹਦਾ ਅਸਰ ਓਨਾ ਹੀ ਹੋਊਗਾ ਜੋ ਮਾਸਕ ਨਾਲ ਥੋੜ੍ਹਾ ਅੱਜ ਹੋ ਸਕਦਾ। ਤਾਂ ਅਗਰ ਵੈਕਸੀਨ ਨਹੀਂ ਹੈ ਹਾਲੇ, ਅਗਲੇ ਸਾਲ ਆਊਗੀ, ਮਾਸਕ ਤਾਂ ਪਾ ਸਕਦੇ ਹੋ। ਕੀ ਔਖੀ ਗੱਲ ਹੈ ਮਾਸਕ ਪਾਉਣਾ। ਪਲੀਜ਼ ਰੱਖੋ ਆਪਣੇ ਨੱਕ ਮੂੰਹ ਨੂੰ ਢੱਕ ਕੇ, ਤਾਂ ਕਿ ਇਹ ਬਿਮਾਰੀ ਅੱਗੇ ਨਾ ਫੈਲ ਜਾਏ ਔਰ ਉਹ ਕਿਸੇ ਹੋਰ ਦੀ ਬਿਮਾਰੀ ਤੁਹਾਡੇ ਵਿੱਚ ਨਾ ਚਲੀ ਜਾਏ। ਦੋਨੋਂ ਚੀਜ਼ਾਂ ਦਾ ਬਚਾਅ ਹੋਏਗਾ। ਤਾਂ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ। ਹੁਣ ਮੈਂ ਤੁਹਾਡੇ ਕੁਝ ਸਵਾਲ ਹੈ ਜਿਹੜੇ ਤੁਸੀਂ ਹਰ ਵੇਲੇ ਪੁੱਛਦੇ ਹੋ ਮੈਨੂੰ, ਉਹਦੀ ਗੱਲ ਕਰਨੀ ਮੈਂ ਚਾਹੁੰਦਾ। ਪਹਿਲੇ ਤਾਂ ਤੁਸੀਂ ਕਿਹਾ ਸੀ ਕਿ ਕਿਸਾਨਾਂ ਦਾ ਹਾਲਾਤ ਬੜੇ ਮਾੜੇ ਨੇ। ਇਹ ਸਰਬਜੀਤ ਸਿੰਘ ਜੀ ਨੇ ਮੱਖੂ ਤੋਂ, ਫਿਰੋਜ਼ਪੁਰ ਤੋਂ। ਇਹ ਕਹਿੰਦੇ ਪਹਿਲਾਂ ਅੰਨਦਾਤਾ ਕਹਿੰਦੇ ਸੀ ਸਾਨੂੰ, ਹੁਣ ਸਾਨੂੰ ਭਿਖਾਰੀ ਬਣਾ ਦਿੱਤਾ। ਇਹ ਕੀ ਕਰ ਸਕਦੇ ਹੋ ਤੁਸੀਂ ਇਹਦੇ ਬਾਰੇ? ਬੇਟਾ ਇਹ ਤਾਂ ਹੁਣ ਸਾਰਿਆਂ ਦੇ ਸਾਹਮਣੇ ਹੈ ਗੱਲ। ਜੋ ਕੀਤਾ ਉਹ ਪਾਰਲੀਮੈਂਟ ਨੇ ਕਰਤਾ। ਉਹਨਾਂ ਨੇ ਸਾਡੇ ਨਵੇਂ ਕਾਨੂੰਨ ਬਣਾ ਦਿੱਤੇ। ਹੁਣ ਅਸੀਂ ਇਸੇ ਵਾਸਤੇ ਅਸੈਂਬਲੀ ਬਣਾਈ ਹੈ, ਇਸੇ ਵਾਸਤੇ ਅਸੀਂ ਦੇਖ ਰਹੇ ਹਾਂ ਕਿ ਕੋਰਟਸ ਦੇ ਵਿੱਚ ਅਸੀਂ ਕੈਸੇ ਜਾਈਏ, ਹਾਈ ਕੋਰਟ 'ਚ ਜਾਈਏ, ਸੁਪਰੀਮ ਕੋਰਟ ਜਾਈਏ। ਸਾਡੇ ਵੱਡੇ ਵਕੀਲਾਂ ਨਾਲ ਸਾਡੀ ਗੱਲ ਚੱਲ ਰਹੀ ਹੈ ਔਰ ਮੈਂ ਆਸ ਕਰਦਾ ਕਿ ਅਸੀਂ ਕੋਈ ਨਾ ਕੋਈ ਇਹਦੇ ਹੱਲ ਭਾਲਾਂਗੇ, ਜਿਹਨੂੰ ਸਾਹਮਣੇ ਰੱਖ ਕੇ ਅਸੀਂ ਕੋਰਟ ਅਦਾਲਤਾਂ ਵਿੱਚ ਜਾ ਸਕੀਏ, ਤਾਂ ਕਿ ਅਸੀਂ ਆਪਣੇ ਲੋਕਾਂ ਨੂੰ ਪਹੁੰਚਾ ਸਕੀਏ। ਪੰਜਾਬ ਤਾਂ ਛੋਟਾ ਜਿਹਾ 2% ਹਿੰਦੁਸਤਾਨ ਦੀ ਧਰਤੀ ਹੈ, ਲੇਕਿਨ ਅਸੀਂ ਤਾਂ ਤਕਰੀਬਨ 50% ਅੰਨ ਦਾ ਭੰਡਾਰ ਭਰਦੇ ਸੀ ਪੰਜਾਬ, ਕਿਉਂਕਿ ਹੋਰ ਸੂਬਿਆਂ ਦੇ ਵਿੱਚ ਹੋਣ ਲੱਗ ਗਿਆ। ਹੁਣ ਇਸ ਸਰਕਾਰ ਨੂੰ ਸਾਡੀ ਲੋੜ ਨਹੀਂ। ਤਾਂ ਇਸ ਕਰਕੇ ਅਸੀਂ ਆਪਣੇ ਕਿਸਾਨੀ ਨੂੰ ਬਚਾਉਣ ਵਾਸਤੇ ਇਹ ਕਦਮ ਹੁਣ ਚੱਕ ਰਹੇ ਹਾਂ। ਦੇਖਦੇ ਹਾਂ ਹੁਣ ਜਦ ਅਸੀਂ 19 ਤਰੀਕ ਨੂੰ ਅਸੈਂਬਲੀ 'ਚ ਆਵਾਂਗੇ, ਉਸ ਤੋਂ ਬਾਅਦ ਫਿਰ ਨਾਲ ਦੇ ਨਾਲ ਹੀ ਸਾਡੀ ਇਹ ਵੀ ਗੱਲ ਚੱਲਦੀ ਹੈ ਕਿ ਕੈਸੇ ਅਸੀਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਵਿੱਚ ਜਾਈਏ। ਇੱਕ ਤੁਸੀਂ ਪੁੱਛ ਰਹੇ ਹੋ ਸੰਦੀਪ ਸਿੰਘ ਜੀ ਗੁਰਦਾਸਪੁਰ ਤੋਂ, ਕਿ ਤੁਸੀਂ ਜਿਹੜੇ ਬਿੱਲ ਪਾਸ ਕੀਤੇ ਨੇ, ਪੰਜਾਬ ਗਵਰਨਮੈਂਟ ਕੋਈ ਬਿੱਲ ਪਾਸ ਕਰੇਗੀ? ਮੈਂ ਤੁਹਾਨੂੰ ਦੱਸ ਦਿੱਤਾ 19 ਤਰੀਕ ਨੂੰ ਅਸੈਂਬਲੀ ਮਿਲੇਗੀ ਔਰ ਜ਼ਰੂਰ ਅਸੀਂ ਕੁਛ ਨਾ ਕੁਛ ਉਹਦੇ ਵਿੱਚ ਲੈ ਕੇ ਆਵਾਂਗੇ। ਕੀ ਹੋਊਗਾ ਇਹ ਨਹੀਂ ਮੈਂ ਤੁਹਾਨੂੰ ਦੱਸ ਸਕਦਾ ਅੱਜ, ਕਿਉਂਕਿ ਹਾਲੇ ਤੱਕ ਬਿੱਲ ਬਣ ਰਹੇ ਹੈ। ਕਈ ਵਕੀਲਾਂ ਨੂੰ ਦਿਖਾਵਾਂਗੇ, ਚੰਗੀ ਤਰ੍ਹਾਂ ਘੜਾਂਗੇ ਉਹ ਬਿੱਲ ਨੂੰ, ਤਾਂ ਕਿ ਫਿਰ ਸਾਨੂੰ ਅਗਰ ਸੁਪਰੀਮ ਕੋਰਟ ਤੱਕ ਜਾਣਾ ਪਵੇ ਅਸੀਂ ਉਹਦੇ ਵਾਸਤੇ ਵੀ ਤਿਆਰ ਰਹੀਏ। ਇੱਕ ਤੇਜ ਕੁਮਾਰ ਜੀ ਪਟਿਆਲੇ ਅਤੇ ਰਣਜੀਤ ਲੁਧਿਆਣੇ ਤੋਂ ਦੋਨੋਂ ਕਹਿੰਦੇ ਨੇ ਕਿ ਸਾਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਇਹ ਸਲਮ ਦੇ ਵਾਸਤੇ, ਇਹ ਜਿੱਥੇ ਸਾਡੇ ਵਿਚਾਰੇ ਗਰੀਬ ਵਸਦੇ ਨੇ, ਉਹਦਾ ਕੋਈ ਹੱਲ ਕੱਢ ਰਹੇ ਹੋ। ਕਿੰਨੀ ਦੇਰ 'ਚ ਹੋ ਜਾਊਗਾ? ਇਹ ਤਾਂ ਬਿਲਕੁਲ ਸ਼ੁਰੂ ਕਰ ਰਹੇ ਹਾਂ ਅਸੀਂ। ਇੱਕ ਵਾਰ ਇਹ ਪਾਸ ਹੋ ਜਾਏ ਸਭ ਕੁਛ, ਉਸ ਦਿਨ ਤੋਂ ਹੀ ਹਫ਼ਤੇ ਦੇ ਵਿੱਚ ਹੀ ਇਹ ਸ਼ੁਰੂ ਕਰ ਦੇਣਾ ਅਸੀਂ। ਫਿਰ ਤੁਸੀਂ ਇੱਥੇ ਗੁਰਵਿੰਦਰ ਸਿੰਘ ਢਿੱਲੋਂ ਬਠਿੰਡਿਓਂ ਪੁੱਛਦੇ ਨੇ ਕਿ ਰੇਲ ਰੋਕੋ ਅੰਦੋਲਨ ਦੇ ਵਿੱਚ ਬਿਜਲੀ ਦੀ ਸਾਨੂੰ ਤਕਲੀਫ ਆਏਗੀ ਜਾਂ ਨਹੀਂ, ਕਿਉਂਕਿ ਰੇਲਾਂ ਨਹੀਂ ਚੱਲ ਰਹੀਆਂ। ਮੈਂ ਹੁਣੀ ਦੱਸ ਕੇ ਹਟਿਆ ਕਿ ਰੇਲਾਂ ਦੇ ਵਿੱਚ ਅਗਰ ਰੇਲ ਨਹੀਂ ਚੱਲਣਗੇ ਗੱਡੀਆਂ ਤਾਂ ਕੋਲਾ ਨਹੀਂ ਆਏਗਾ ਕਿ ਤੁਹਾਡੇ ਯੂਨਿਟ ਨਹੀਂ ਚੱਲਣਗੇ। ਅਸੀਂ ਅਗਰ ਨੈਸ਼ਨਲ ਗ੍ਰਿਡ ਤੋਂ ਖਰੀਦਿਆ ਉਹ ਵੀ ਕੁਛ ਹੱਦ ਤੱਕ, ਕਿਉਂਕਿ ਸਾਡੇ ਕੋਲ ਇੰਨੇ ਪੈਸੇ ਨਹੀਂ ਕਿ ਅਸੀਂ ਮੁਫਤ ਦੀ ਬਿਜਲੀ ਦਈਏ ਔਰ ਉੱਥੋਂ ਸੈਂਟਰ ਤੋਂ ਅਸੀਂ ਗ੍ਰਿਡ ਦੇ ਉੱਪਰੋਂ ਅਸੀਂ ਬਹੁਤ ਜ਼ਿਆਦਾ ਬਿਜਲੀ ਲਿਆਈ ਹੈ, ਜਿਹਦੇ ਅਸੀਂ ਉਹਦਾ ਬਿੱਲ ਕੈਸੇ ਦੇਵਾਂਗੇ। ਤੋ ਇਹ ਸਾਡੇ ਸਾਹਮਣੇ ਸਾਰੀਆਂ ਕਿਸਾਨੀ ਦੇ ਮੇਰੀ ਬੇਨਤੀ ਹੈ ਉਹਨਾਂ ਨੂੰ, ਕਿਸਾਨ ਯੂਨੀਅਨਸ ਨੂੰ, ਕਿ ਇਹ ਗੱਲਾਂ ਤੁਸੀਂ ਸਮਝੋ। ਸਿਰਫ ਇਹ ਨਹੀਂ, ਤੁਸੀਂ ਇਹਦੇ ਵਿੱਚ ਆਪਣੇ, ਹੁਣ ਤੁਹਾਡੇ ਕੋਲ ਯੂਰੀਆ ਨਹੀਂ ਹੈ, ਸਾਡੇ ਕੋਲ 10% ਯੂਰੀਆ, ਜਿੰਨੀ ਤੁਹਾਨੂੰ ਕਣਕ ਦੀ ਬਿਜਾਈ ਸ਼ੁਰੂ ਹੋ ਜਾਣੀ ਹੈ। ਕਿੱਥੋਂ ਲਿਆਓਗੇ ਤੁਸੀਂ ਯੂਰੀਆ? ਟ੍ਰੇਨ ਹੀ ਲਿਆਉਂਦੇ ਨੇ। ਫਿਰ ਤੁਹਾਡੀ ਜਿਹੜੀ ਆਪਣੀ ਸਟੋਰੇਜ ਸਾਡਾ ਅੱਜ ਸਟੋਰਾਂ ਦੇ ਵਿੱਚ ਪਿਆ, ਅਗਰ ਉਹਨੂੰ ਅਸੀਂ ਖਾਲੀ ਨਹੀਂ ਕਰਾਂਗੇ ਔਰ ਭੇਜਾਂਗੇ ਨਹੀਂ ਟ੍ਰੇਨਾਂ ਦੇ ਰਾਹੀਂ, ਤਾਂ ਫਿਰ ਉੱਥੇ ਟ੍ਰੇਨਾਂ ਇਹ ਥੋੜ੍ਹੀ ਜਿਹੜੀ ਹੁਣ ਮੰਡੀਆਂ ਦੇ ਵਿੱਚ ਆ ਰਿਹਾ
ਆਪਣੀ ਆਪਣਾ ਝੋਨਾ ਆ ਰਿਹਾ ਜਾਂ ਬਾਸਮਤੀ ਆ ਰਿਹਾ, ਜਿਹੜਾ ਬਾਸਮਤੀ ਤਾਂ ਚਲੋ ਪ੍ਰਾਈਵੇਟ ਲੋਕਾਂ ਕੋਲ ਜਾ ਰਹੀ ਹੈ, ਲੇਕਿਨ ਝੋਨਾ ਕਿੱਥੇ ਰੱਖਾਂਗੇ ਅਸੀਂ? ਸੋ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਸੋਚਣੀਆਂ ਪੈਣਗੀਆਂ ਕਿ ਅਸੀਂ ਇਹ ਬੜੀ ਗੰਭੀਰਤਾ ਨਾਲ ਸੋਚਣੀਆਂ ਪੈਣਗੀਆਂ, ਤਾਂ ਕਿ ਇਹ ਆਪਣਾ ਨੁਕਸਾਨ ਪੰਜਾਬ ਦਾ ਬਹੁਤ ਹੋ ਜਾਵੇ ਇਹਦੇ ਨਾਲ। ਮੀਨਾਕਸ਼ੀ ਜੈਨ ਜੀ ਪਟਿਆਲੇ ਤੋਂ ਕਹਿੰਦੇ ਨੇ, ਰੋਜ਼ਗਾਰ ਮੇਲੇ ਦੇ ਵਿੱਚ ਮੈਨੂੰ ਇੱਕ ਨੌਕਰੀ ਮਿਲ ਗਈ ਸੀ। ਮੈਂ ਸੋਚਿਆ ਸੀ ਕੋਵਿਡ ਕ੍ਰਾਈਸਿਸ ਦੇ ਦੌਰਾਨ ਰੋਜ਼ਗਾਰ ਮੇਲਿਆਂ ਦਾ ਕੁਛ ਨਹੀਂ ਹੋਣਾ, ਲੇਕਿਨ ਮੈਨੂੰ ਮਿਲ ਗਈ ਹੈ। ਮੈਂ ਤੁਹਾਡੀ ਧੰਨਵਾਦੀ ਹਾਂ। ਆਈ ਹੋਪ ਮੀਨਾਕਸ਼ੀ ਜੀ ਤੁਹਾਨੂੰ ਚੰਗੀ ਨੌਕਰੀ ਮਿਲੀ ਹੈ। ਮੈਂ ਆਸ ਕਰਦੀ ਹਾਂ ਕਿ ਤੁਸੀਂ ਉਸ ਨੌਕਰੀ ਦੇ ਰਾਹੀਂ ਆਪਣੀ ਜ਼ਿੰਦਗੀ ਬਣਾਓਗੇ ਕੁਝ। ਰਾਜਤ ਪੌਲ ਜੀ ਹੁਸ਼ਿਆਰਪੁਰ ਤੋਂ, ਤੁਸੀਂ ਕਹਿ ਰਹੇ ਸੀ ਕਿ ਮੇਰੀ SC ਸਕਾਲਰਸ਼ਿਪ ਮਿਲਦੀ ਸੀ। ਹੁਣ ਕੱਲ੍ਹ ਤੁਸੀਂ ਫੈਸਲਾ ਕੀਤਾ ਇਸ ਸਕਾਲਰਸ਼ਿਪਸ ਦਾ। ਮੈਂ ਤੁਹਾਨੂੰ ਕਹਿ ਹਟਿਆ ਕਿ ਅਸੀਂ ਸਕਾਲਰਸ਼ਿਪਸ ਦਾ ਆਪਣੇ ਤੌਰ 'ਤੇ ਇੱਕ ਨਵੀਂ ਡਾਕਟਰ ਅੰਬੇਦਕਰ ਸਕੀਮ ਚਲਾਈ ਹੈ। ਉਹਦੇ ਰਾਹੀਂ ਪੰਜਾਬ ਸਰਕਾਰ ਆਪਣਾ ਹੀ ਪ੍ਰਬੰਧ ਕਰੂਗੀ, ਕਿਉਂਕਿ ਸੈਂਟਰ ਤਾਂ ਦੇ ਨਹੀਂ ਰਹੀ। ਸੈਂਟਰ ਨੇ ਤਾਂ ਤੁਹਾਡੀ ਸਕੀਮ ਬੰਦ ਕਰ ਦਿੱਤੀ ਹੈ, ਉਹ ਅਸੀਂ ਦੇਵਾਂਗੇ ਤੁਹਾਨੂੰ। ਇਹ ਹੁਣ ਜਿਹੜੀ ਸਕਾਲਰਸ਼ਿਪ ਹੈ, ਪਹਿਲਾਂ 2.5 ਲੱਖ ਦੀ ਜਿਹਦੀ ਆਮਦਨ ਸੀ, ਉਹ ਆਪਣੇ ਬੱਚਿਆਂ ਨੂੰ 2.5 ਲੱਖ ਤੱਕ ਜਿੰਨੀ ਦੀ ਸੀ ਉਹ ਬੱਚੇ ਆ ਸਕਦੇ ਸੀ। ਹੁਣ ਅਸੀਂ ਉਹ 2.5 ਲੱਖ ਨੂੰ 4 ਲੱਖ ਬਣਾ ਦਿੱਤਾ, ਤਾਂ ਕਿ ਜ਼ਿਆਦਾ ਬੱਚੇ ਸਾਡੇ ਆ ਕੇ ਇਸ SC ਸਕਾਲਰਸ਼ਿਪ ਸਕੀਮ ਦੇ ਵਿੱਚ ਪੜ੍ਹਨ। ਤੁਸੀਂ ਇਹ ਕਿਹਾ ਹੁਣ ਆਪਣੇ ਦੁਸਹਿਰਾ ਦੀਵਾਲੀ ਵਗੈਰਾ ਆ ਰਹੀ ਹੈ ਸਾਰੀ, ਔਰ ਮਠਿਆਈਆਂ ਦੀ ਦੁਕਾਨਾਂ ਜਿਹੜੀਆਂ ਨੇ ਬੜੀ ਦੇਰ ਤੋਂ ਬੰਦ ਰਹੀਆਂ ਨੇ, ਹੁਣ ਕਿਤੇ ਸਾਨੂੰ ਇੱਥੇ ਅਡਲਟਰੇਸ਼ਨ ਵਗੈਰਾ ਨਾ ਹੋਵੇ ਇਹਦੇ 'ਚ। ਇਹ ਚੰਗਾ ਤੁਸੀਂ ਗੱਲ ਇਹ ਚੱਕੀ ਹੈ। ਮੈਂ ਆਪਣੇ ਜਿਹੜੇ ਫੂਡ ਸੇਫਟੀ ਵਿੰਗ ਹੈ ਸਾਡੇ, ਆਪਣਾ ਡਿਪਾਰਟਮੈਂਟ ਹੈਲਥ ਦਾ, ਸਿਹਤ ਦਾ, ਉਹਨਾਂ ਨੂੰ, ਤੰਦਰੁਸਤ ਪੰਜਾਬ ਵਾਲਿਆਂ ਨੂੰ, ਉਹਨਾਂ ਨੂੰ ਕਹੂੰਗਾ ਕਿ ਸਾਰਿਆਂ ਨੂੰ ਇਹ ਦੁਕਾਨਾਂ ਨੂੰ ਚੈੱਕ ਕਰਨ, ਤਾਂ ਕਿ ਇਹੋ ਜਿਹੀ ਗੱਲ ਕਿਤੇ ਹੋ ਨਾ ਜਾਏ ਔਰ ਸਾਡੇ ਬਿਮਾਰੀ ਆਪਣੇ ਲੋਕਾਂ ਨੂੰ ਕੋਈ ਲੱਗ ਜਾਏ। ਬਲਜਿੰਦਰ ਕੋਟਲੀ ਜੀ ਬਟਾਲੇ ਤੋਂ ਪੁੱਛਦੇ ਨੇ ਕਿ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਜਿਹੜਾ ਆਪਣਾ ਲਾਂਘਾ ਹੈ ਕਦੋਂ ਖੁੱਲ੍ਹੇਗਾ? ਬੇਟਾ ਅਸੀਂ ਤਾਂ ਚਾਹੁੰਦੇ ਹਾਂ ਕਿ ਖੁੱਲ੍ਹੇ ਜਲਦੀ, ਜਿੰਨੀ ਜਲਦੀ ਜਾਣ, ਲੋਕ ਦਰਸ਼ਨ ਕਰਨਾ ਚਾਹੁੰਦੇ ਨੇ। ਲੇਕਿਨ ਇਹ ਉਦੋਂ ਕੋਵਿਡ ਕਰਕੇ ਬੰਦ ਕਰਤਾ ਸੀ ਪਾਕਿਸਤਾਨ ਨੇ ਵੀ ਔਰ ਹਿੰਦੁਸਤਾਨ ਨੇ ਵੀ। ਹੁਣ ਸੁਣਿਆ ਪਾਕਿਸਤਾਨ ਇਜਾਜ਼ਤ ਦੇ ਰਹੀ ਹੈ ਕਿ ਜੇ ਅਗਰ ਜਾਣਾ ਚਾਹੁਣ ਕਿ ਉੱਥੇ ਲੋਕ ਸ਼ਰਧਾਲੂ ਜਾ ਸਕਦੇ ਨੇ। ਉਹ ਹੁਣ ਸਾਡੀ ਗਵਰਨਮੈਂਟ ਆਫ ਇੰਡੀਆ ਨੂੰ ਦਿੱਲੀ ਤੋਂ ਫੈਸਲਾ ਕਰਨਾ ਪਊ। ਅਸੀਂ ਆਪਣੇ ਤੌਰ 'ਤੇ ਉਹਨਾਂ ਨੂੰ ਐਲਾਨ ਲਿਖ ਵੀ ਦਿੱਤਾ ਹੈ ਕਿ ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਤਾਂ ਬੜੇ ਖੁਸ਼ ਹੋਵਾਂਗੇ ਕਿ ਅਗਰ ਸ਼ਰਧਾਲੂ ਇੱਥੋਂ ਜਾ ਸਕਣ। ਮੈਨੂੰ ਪ੍ਰੈਸ ਨੇ ਵੀ ਪੁੱਛਿਆ ਸੀ, ਇਹੀ ਜਵਾਬ ਮੈਂ ਉਹਨਾਂ ਨੂੰ ਦਿੱਤਾ ਸੀ। ਔਰ ਮੈਂ ਹੁਣ ਆਸ ਕਰਦਾ ਕਿ ਗਵਰਨਮੈਂਟ ਆਫ ਇੰਡੀਆ ਜਲਦੀ ਇਸ ਲਾਂਘੇ ਨੂੰ ਖੋਲ੍ਹਣ। ਵਿਕਰਮਜੀਤ ਸਿੰਘ ਜੀ ਪਟਿਆਲੇ ਤੋਂ ਕਹਿੰਦੇ ਨੇ ਕਿ ਮੈਂ ਫੌਜ ਜੁਆਇਨ ਕਰਨੀ ਸੀ ਅਤੇ ਮੇਰੇ ਇਸ ਪਿੰਡ ਦੇ ਵਿੱਚ ਕੋਈ ਪਲੇਗਰਾਊਂਡ ਨਹੀਂ ਸੀਗਾ, ਸਟੇਡੀਅਮ ਨਹੀਂ ਸੀ, ਤਾਂ ਮੈਨੂੰ ਨਾਲ ਦੇ ਪਿੰਡ ਜਾਣਾ ਪੈਂਦਾ ਸੀ ਆਪਣੀ ਜੋ ਕੁਝ ਵਰਜਿਸ਼ ਕਰਨ ਵਾਸਤੇ, ਫਿਜ਼ੀਕਲ ਫਿਟਨੈਸ ਵਧਾਉਣ ਵਾਸਤੇ। ਹੁਣ ਮੈਨੂੰ ਖੁਸ਼ੀ ਹੈ ਕਿ ਤੁਸੀਂ ਇੱਥੇ ਬਣਾ ਰਹੇ ਹੋ। ਅਤੇ ਵਿਕਰਮਜੀਤ, ਮੈਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਫੌਜ ਵਿੱਚ ਜਾ ਰਹੇ ਹੋ। ਬੇਟਾ ਹੁਣ ਤਗੜੇ ਹੋ, ਕਰੋ ਆਪਣੀ ਕਸਰਤ ਵਗੈਰਾ, ਔਰ ਚੰਗੀ ਤਰ੍ਹਾਂ ਉੱਥੇ ਜਾ ਕੇ ਆਪਣੇ ਰੈਜੀਮੈਂਟ ਦੀ ਔਰ ਆਪਣੇ ਦੇਸ਼ ਦੀ ਸੇਵਾ ਕਰ ਸਕੋ ਤੁਸੀਂ ਆਰਮੀ 'ਚ। ਇਹ ਜਸਵੀਰ ਸਿੰਘ ਜੀ ਖੰਨੇ ਤੋਂ ਸਕੂਲਾਂ ਦੇ ਬਾਰੇ, ਉਹ ਸਕੂਲਾਂ ਦਾ ਮੈਂ ਖੋਲ੍ਹ ਦਿੱਤਾ ਹੈ 9ਵੀਂ ਜਮਾਤ ਤੋਂ। 9ਵੀਂ 10ਵੀਂ 11ਵੀਂ 12ਵੀਂ ਇਹ ਚਾਰ ਜਮਾਤਾਂ ਖੁੱਲ੍ਹਣਗੀਆਂ ਸ਼ੁਰੂਆਤ ਵਿੱਚ। ਔਰ ਇਹ ਵੀ ਤੁਹਾਡੇ ਪਿਤਾ ਜੀ ਵਗੈਰਾ ਨੂੰ ਪੁੱਛ ਕੇ ਕਿ ਜੇ ਅਗਰ ਤੁਸੀਂ ਜਾਣਾ ਚਾਹੁੰਦੇ ਹੋ, ਉਹਨਾਂ ਦੀ ਇਜਾਜ਼ਤ ਨਾਲ ਤੁਸੀਂ ਸਕੂਲ ਅਟੈਂਡ ਕਰ ਸਕਦੇ ਹੋ। ਲੇਕਿਨ ਅਸੀਂ ਖੋਲ੍ਹ ਰਹੇ ਹਾਂ ਇਹ ਸਕੂਲਾਂ ਨੂੰ, ਤਾਂ ਕਿ ਜਿਹੜੇ ਬੱਚੇ ਜਾ ਸਕਣ ਉੱਥੇ, ਉਹ ਆਪਣੀ ਪੜ੍ਹਾਈ ਸ਼ੁਰੂ ਕਰਨ ਦੁਬਾਰਾ। ਪਰ ਸਿਰਫ 9ਵੀਂ 10ਵੀਂ 11ਵੀਂ ਔਰ 12ਵੀਂ। ਉਸ ਤੋਂ ਬਾਅਦ ਜਦੋਂ ਹਾਲਾਤ ਸੁਧਰਨ ਔਰ ਅਗਰ ਇਹ ਕੋਵਿਡ ਫਿਰ ਨਾ ਚੜ੍ਹੇ, ਫਿਰ ਅਸੀਂ ਛੋਟੀਆਂ ਜਮਾਤਾਂ ਤਾਈਂ ਅਸੀਂ ਪਹੁੰਚਣ ਦੀ ਕੋਸ਼ਿਸ਼ ਕਰਾਂਗੇ। ਮੈਂ ਇਹ ਵੀ ਪਟਿਆਲੇ ਤੋਂ ਹੈ, ਅਰੁਣ ਕੁਮਾਰ ਜੀ। ਉਹ ਲਿਖਦੇ ਨੇ ਕਿ KV ਸੂਲਰ ਗਿਆਨ ਕਾਲੋਨੀ ਪਟਿਆਲਾ ਇੱਕ ਸੜਕ ਹੈ ਜੀ, ਉਹ ਸੜਕ ਹੁਣ ਬਹੁਤ ਟੁੱਟ ਗਈ, ਇਹਦੀ ਕੁਝ ਕਰਵਾਓ। ਪਟਿਆਲਾ ਗ੍ਰਾਮ ਪੰਚਾਇਤ ਨੂੰ ਦੱਸ ਦਿੱਤਾ ਗਿਆ ਹੈ, ਔਰ ਅਸੀਂ ਉਹਨਾਂ ਨੂੰ, ਜਿਹੜੇ ਮਹਿਕਮਾ ਨੂੰ ਦੇਖ ਰਿਹਾ, ਉਹਨਾਂ ਨੂੰ ਵੀ ਮੈਂ ਪਹੁੰਚਾ ਦਿੱਤੀ ਗੱਲ ਕਿ ਸੜਕ ਨੂੰ ਜਲਦੀ ਇਹਨੂੰ ਬਣਾਈ ਜਾਏ। DC ਪਟਿਆਲੇ ਨੂੰ ਵੀ ਅੱਜ ਟੈਲੀਫੋਨ ਹੋ ਰਿਹਾ ਕਿ ਇਸ ਸੜਕ ਦਾ ਦੇਖੋ ਕਿੱਥੇ ਫਸਿਆ ਹੋਇਆ ਕੰਮ, ਔਰ ਸ਼ੁਰੂ ਕਰੇ ਜਲਦੀ।
ਇੱਕ ਪ੍ਰਿਤਪਾਲ ਸਰਾਂ ਜੀ ਪੁੱਛਦੇ ਨੇ ਕਿ ਜੈਤੋ ਕੋਟਕਪੂਰਾ ਬਠਿੰਡਾ ਸੜਕ ਜਿਹੜੀ 100 ਪਿੰਡਾਂ ਨੂੰ ਜੋੜਦੀ ਹੈ, ਇੱਕ ਇਹ ਟੋਲ ਰੋਡ ਬਣਾਇਆ ਗਿਆ ਹੈ। ਟੋਲ ਕੰਪਨੀ ਕਹਿੰਦੇ ਨੇ ਕਿ ਇਹ ਸੜਕ ਨਹੀਂ ਬਣਾ ਰਹੇ, ਔਰ ਜਿਨ੍ਹਾਂ ਨੇ ਇਹਨਾਂ ਨੇ ਰੋਕਤਾ ਕੰਮ, ਔਰ ਇਹ ਸਾਡਾ ਬੜੇ ਇਹਦੇ ਨਾਲ ਨੁਕਸਾਨ ਸਾਡਾ ਹੋ ਰਿਹਾ। ਇਹ ਮੈਂ ਪਤਾ ਕੀਤਾ, ਇਹਦਾ ਕੰਮ ਸ਼ੁਰੂ ਹੋ ਗਿਆ ਹੈ, ਔਰ ਡਿਪਾਰਟਮੈਂਟ ਨੂੰ ਮੈਂ ਇਹ ਵੀ ਕਹਿ ਦਿੱਤਾ ਕਿ ਜਲਦੀ ਤੋਂ ਜਲਦੀ ਇਹਦੀ ਕੰਸਟਰਕਸ਼ਨ ਖਤਮ ਕਰਨ। ਆਹੀ ਸੀਆਂ ਗੱਲਾਂ ਅੱਜ। ਮੇਰਾ ਖਿਆਲ ਤੁਸੀਂ ਵੀ ਸਾਰੇ ਉਲਝੇ ਹੋਏ ਹੋ ਆਪਣੇ ਕੰਮਾਂ 'ਚ, ਲੇਕਿਨ ਮੇਰੀ ਬੇਨਤੀ ਜਿਹੜੀ ਪਹਿਲਾਂ ਮੈਂ ਕੀਤੀ ਸੀ, ਆਪਣੇ ਪੰਜਾਬ ਦਾ ਹੁਣ ਧਿਆਨ ਰੱਖਣਾ, ਆਪਣੇ ਬੱਚਿਆਂ ਦਾ, ਆਪਣੇ ਫੈਮਿਲੀ ਦਾ, ਆਪਣੇ ਦੋਸਤਾਂ ਦਾ, ਆਪਣੇ ਮੁਹੱਲੇ ਦਾ, ਆਪਣੇ ਪਿੰਡ ਦਾ, ਆਪਣੇ ਸ਼ਹਿਰ ਦਾ। ਔਰ ਤੁਸੀਂ ਇਹ ਕੋਵਿਡ ਨੂੰ ਰੋਕੋ। ਜਿੰਨਾ ਆਪਾਂ ਕੋਵਿਡ ਨੂੰ ਰੋਕ ਦਾਂਗੇ, ਜਿੰਨਾ ਪੰਜਾਬ ਤੋਂ ਆਪਾਂ ਕੋਵਿਡ ਨੂੰ ਭਜਾ ਦਾਂਗੇ, ਓਨਾ ਹੀ ਆਪਣਾ ਫਾਇਦਾ ਹੈ, ਓਨੀ ਡਿਵੈਲਪਮੈਂਟ ਹੋਏਗੀ। ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ 60,000 ਕਰੋੜ ਰੁਪਈਆ ਇੰਡਸਟਰੀ ਲੈ ਕੇ ਆਈ ਸੀ, ਔਰ ਇਹ MOU ਨਹੀਂ, ਇਹ ਧਰਤੀ ਦੇ ਉੱਪਰ ਫੈਕਟਰੀਆਂ ਦਾ ਕੰਮ ਸ਼ੁਰੂ ਹੋ ਗਿਆ ਸੀ, ਔਰ ਇਹ ਕੋਵਿਡ ਨਾਲ ਜਿਹੜਾ ਠੰਡਾ ਪੈ ਗਿਆ। ਹੁਣ ਅਗਰ 60,000 ਕਰੋੜ ਸਾਡੀ ਲੱਗ ਜਾਏ, ਤੁਹਾਨੂੰ ਪਤਾ ਕਿੰਨੇ ਲੱਖਾਂ ਬੱਚਿਆਂ ਦਾ, ਸਾਡੀ ਨੌਕਰੀਆਂ ਦਾ ਪ੍ਰਬੰਧ ਹੋ ਸਕਦਾ ਉੱਥੇ। ਤਾਂ ਇਹ ਸਾਰੀਆਂ ਚੀਜ਼ਾਂ ਕੋਵਿਡ ਦੇ ਨਾਲ ਸੰਬੰਧਿਤ ਹੈ। ਤੁਹਾਡੀ ਸਿਹਤ ਵੀ, ਪਰਿਵਾਰਾਂ ਦੀ ਸਿਹਤ ਵੀ, ਪੰਜਾਬ ਦੀ ਸਿਹਤ ਵੀ, ਔਰ ਬੱਚਿਆਂ ਦਾ ਭਵਿੱਖ ਵੀ। ਤਾਂ ਇਹ ਚੀਜ਼ਾਂ ਹੁਣ ਮੈਂ ਇੱਕ ਵਾਰ ਫਿਰ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ, ਕੋਵਿਡ ਦਾ ਧਿਆਨ ਰੱਖੋ। ਔਰ ਜੋ ਤੁਹਾਨੂੰ ਡਾਕਟਰਾਂ ਨੇ ਦੱਸਿਆ, ਰੋਜ਼ ਤੁਸੀਂ ਟੈਲੀਵਿਜ਼ਨ 'ਤੇ ਦੇਖਦੇ ਹੋ, ਅਖਬਾਰਾਂ 'ਚ ਪੜ੍ਹਦੇ ਹੋ, ਮੇਰੀ ਗੱਲਾਂ ਹਰ ਹਫ਼ਤੇ ਮੈਂ ਤੁਹਾਡੇ ਨਾਲ ਕਰਦਾ, ਜ਼ਰੂਰ ਮੰਨੋ ਔਰ ਇਹ ਕੰਮ ਨੂੰ ਆਪਾਂ ਸਿਰੇ ਚੜ੍ਹਾਈਏ, ਤਾਂ ਕਿ ਆਪਣੇ ਪੰਜਾਬ ਨੂੰ ਆਪਾਂ ਫਿਰ ਇੱਕ ਵਾਰ ਬੜੇ ਤਗੜੇ ਤਰੀਕੇ ਨਾਲ ਅੱਗੇ ਲਿਜਾਣ ਦੀ ਕੋਸ਼ਿਸ਼ ਕਰੀਏ। ਅਗਲੇ ਹਫ਼ਤੇ ਫਿਰ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਬੇਟਾ। ਸਾਰਿਆਂ ਵਾਸਤੇ ਮੈਂ ਇੰਨਾ ਹੀ ਹੁਣ ਕਰਦਾ ਕਿ ਅਕਾਲ ਪੁਰਖ ਤੁਹਾਡੇ ਪਰਿਵਾਰਾਂ ਨੂੰ ਸੁਖੀ ਰੱਖਣ, ਤੁਸੀਂ ਚੜ੍ਹਦੀ ਕਲਾ 'ਚ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਹਿੰਦ।